ਪਰਮੇਸ਼ਰ ਦੀ ਆਵਾਜ਼ ਹੈ। ਹਾਲੇਲੂਇਆ। ਧੰਨਵਾਦ ਕਰਦੇ ਹਾਂ। ਵਚਨ ਦੇ ਵਿੱਚ ਲਿਖਿਆ ਕਿ ਪਰਮੇਸ਼ਰ ਆਪਣਾ ਵਚਨ ਘੱਲ ਕੇ ਚੰਗਾ ਕਰਦਾ ਹੈ। ਹਾਲੇਲੂਇਆ। ਸਭ ਤੋਂ ਪਹਿਲਾਂ ਤਾਂ ਮੈਂ ਧੰਨਵਾਦ ਕਰਦੀ ਹਾਂ ਆਪਣੀਆਂ ਭੈਣਾਂ ਦੇ ਵਾਸਤੇ ਕਿ ਮੈਂ 2 ਵੀਕ ਆ ਨਹੀਂ ਸਕੀ। ਤੁਹਾਡੀਆਂ ਦੁਆਵਾਂ ਦੇ ਵਾਸਤੇ ਪਰਮੇਸ਼ਰ ਦਾ ਧੰਨਵਾਦ ਕਰਦੀ ਕਿ ਤੁਸੀਂ ਬੱਚੀ ਦੇ ਲਈ ਸਾਡੇ ਸਾਰਿਆਂ ਲਈ ਦੁਆਵਾਂ ਕੀਤੀਆਂ ਤੇ ਪਰਮੇਸ਼ਰ ਨੇ ਇਸੇ ਯੋਗ ਕੀਤਾ ਕਿ ਅੱਜ ਸੰਗਤ ਦੇ ਵਿੱਚ ਆ ਸਕੇ ਹਾਂ। First of all, I want to give thanks to everyone for praying for my daughter. And 2 weeks I couldn't come, so I thank God that today we are here. ਮੈਂ ਆਂਟੀ ਜੀ ਦਾ ਆਪਣੀਆਂ ਭੈਣਾਂ ਦਾ ਧੰਨਵਾਦ ਕਰਦੀ ਕਿ ਜਿਨ੍ਹਾਂ ਨੇ ਮੇਰੀਆਂ ਜ਼ਿੰਮੇਵਾਰੀਆਂ ਨੂੰ ਚੁੱਕਿਆ। ਪਰਮੇਸ਼ਰ ਦਾ ਧੰਨਵਾਦ ਕਰਦੇ ਕਿਉਂਕਿ ਬਹੁਤ ਮੁਸ਼ਕਲ ਹੋ ਜਾਂਦਾ ਸਾਡੇ ਸਾਰਿਆਂ ਲਈ ਜਦੋਂ ਇੱਕ ਜਣਾ ਨਹੀਂ ਆਉਂਦਾ। Sometimes it gets hard when one person is missing, but we thank God when we are all together, we work together. Amen. Hallelujah. ਸਾਰੀ ਵਡਿਆਈ ਪਰਮੇਸ਼ਰ ਨੂੰ ਦਿੰਦੇ ਹਾਂ, ਧੰਨਵਾਦ ਕਰਦੇ ਹਾਂ ਕਿਉਂਕਿ ਭਲਾ ਪਰਮੇਸ਼ਰ ਆ। ਹਾਲੇਲੂਇਆ। Give all the glory and praise to Lord. ਉਹਦੇ ਵਿੱਚ ਮਿਲ ਕੇ ਸਭ ਚੀਜ਼ਾਂ ਭਲਾਈ ਪੈਦਾ ਕਰਦੀਆਂ Good God. Amen. ਹਾਲੇਲੂਇਆ। ਹਾਲੇਲੂਇਆ। ਅੱਜ ਆਪਾਂ ਬਾਈਬਲ ਦੇ ਵਿੱਚੋਂ ਇੱਕ ਸਟੋਰੀ ਨੂੰ ਦੇਖਾਂਗੇ। We're going to see one story from the Bible today. ਇਹ ਸਟੋਰੀ ਹੈਗੀ ਬਾਈਬਲ ਦੀ ਪਹਿਲੀ ਕਿਤਾਬ ਉਤਪਤ ਦੀ ਕਿਤਾਬ ਦੇ ਵਿੱਚੋਂ। It is from the book of Genesis. ਜਦੋਂ ਪਾਸਟਰ ਜੀ ਨੇ ਮੈਨੂੰ ਕਿਹਾ ਕਿ ਤੁਸੀਂ ਸਿਸਟਰ ਜੀ ਪ੍ਰੀਚ ਕਰਨਾ ਤਾਂ ਮੇਰੇ ਕੋਲ ਕੋਈ ਮੈਸੇਜ ਜਾਂ ਕੁਝ ਨਹੀਂ ਸੀ ਕਿਉਂਕਿ ਪਰੇਸ਼ਾਨੀ ਦੇ ਵਿੱਚ ਸੀ। And when Pastor Ji asked me to share the word, at that time I didn't have anything because all these days we're going through a lot of troubled times. ਪਰਮੇਸ਼ਰ ਨੇ ਮੈਂ ਕਿ ਪ੍ਰਭੂ ਨੂੰ 2 ਦਿਨ ਪੁੱਛਿਆ, ਪਰਮੇਸ਼ਰ ਨੇ ਮੈਨੂੰ ਕਿਹਾ ਯੋਸਫ। And a couple days when I prayed about it, then Lord gave me the name of Joseph to share the word about Joseph. ਤੁਹਾਨੂੰ ਸਾਰਿਆਂ ਨੂੰ ਪਤਾ ਕਿ ਯੋਸਫ ਦੀ ਜਿਹੜੀ ਕਹਾਣੀ ਆ ਬੜੀ ਇੰਟਰਸਟਡ ਆ ਤੇ ਉਹਦੇ ਲਈ ਕਾਫੀ ਸਮਾਂ ਚਾਹੀਦਾ ਆ ਪ੍ਰਚਾਰ ਕਰਨੇ ਨੂੰ। And we know the book of the story of Joseph is very interesting and we need a lot of time to share about it. ਇਸ ਕਰਕੇ ਆਪਾਂ ਇਹਦੇ ਕੁਝ ਪੁਆਇੰਟ ਟੱਚ ਕਰਾਂਗੇ ਕਿ ਕੀ ਬਰਕਤਾਂ ਆ ਜਦੋਂ ਅਸੀਂ ਟ੍ਰਾਇਲ ਦੇ ਵਿੱਚ ਲੰਘਦੇ ਹੋਏ ਵੀ ਪਰਮੇਸ਼ਰ ਦੇ ਨਾਲ ਬਣੇ ਰਹਿੰਦੇ ਹਾਂ। And we're going to share some stuff from this, that what are the blessings when we are going through trial times but we still stay with the Lord. What are the blessings then? ਹਾਲੇਲੂਇਆ। ਯੂਸਫ ਨਾਂ ਦਾ ਇੱਕ ਆਦਮੀ ਸੀ। ਇਹ ਉਤਪਤ ਦੀ ਕਿਤਾਬ ਦੇ ਮਿਡਲ ਤੋਂ ਬਾਅਦ ਵਿੱਚ ਸ਼ੁਰੂ ਹੁੰਦੀ ਆ 37ਵੇਂ ਚੈਪਟਰ ਤੋਂ। And this starts pretty much from book of Genesis chapter 37 onwards. ਹਾਲੇਲੂਇਆ। ਹਾਲੇਲੂਇਆ। ਇਹਦੇ ਵਿੱਚ ਕੀ ਆਪਾਂ ਪੜ੍ਹਦੇ ਆ 37 ਦਾ ਪਹਿਲਾ ਵਰਸ ਤੋਂ ਲੈ ਕੇ 2-3 ਵਰਸ ਪੜਾਂਗੇ। We're going to just read couple verses from there, book of Genesis chapter 37. ਯਾਕੂਬ ਕਨਾਨ ਦੇਸ਼ ਵਿੱਚ ਹੀ ਵਸ ਗਿਆ। ਉੱਥੇ ਹੀ ਉਸ ਦਾ ਪਿਤਾ ਇਸਹਾਕ ਰਹਿੰਦਾ ਸੀ। ਯਾਕੂਬ ਦੇ ਟੱਬਰ ਦੀ ਕਹਾਣੀ ਦਾ ਬਿਆਨ ਇਸ ਤਰ੍ਹਾਂ ਹੈ। ਯੂਸਫ ਦੀ ਉਮਰ ਉਸ ਵੇਲੇ 17 ਸਾਲਾਂ ਦੀ ਸੀ। ਉਹ ਆਪਣੇ ਭਰਾਵਾਂ ਦੇ ਨਾਲ ਭੇਡਾਂ ਬੱਕਰੀਆਂ ਚਾਰਿਆ ਕਰਦਾ ਸੀ। ਇਹ ਉਸ ਦੇ ਮਤਰੇਏ ਭਰਾ ਸਨ ਜੋ ਉਸ ਦੀਆਂ ਮਤਰੇਈਆਂ ਮਾਵਾਂ ਬਿਲਹਾਰ ਅਤੇ ਜਿਪਲਾਹ ਦੀ ਕੁੱਖੋਂ ਪੈਦਾ ਹੋਏ ਸਨ। ਯੂਸਫ ਹਮੇਸ਼ਾ ਆਪਣੇ ਭਰਾਵਾਂ ਦੀਆਂ ਚੰਗੀਆਂ ਮੰਦੀਆਂ ਗੱਲਾਂ ਆਪਣੇ ਪਿਤਾ ਨੂੰ ਦੱਸਦਾ ਸੀ। ਇਜ਼ਰਾਈਲ ਅਰਥਾਤ ਯਾਕੂਬ ਯੂਸਫ ਨੂੰ ਆਪਣੇ ਪੁੱਤਰਾਂ ਨਾਲੋਂ ਅਧਿਕ ਪਿਆਰ ਕਰਦਾ ਸੀ ਕਿਉਂਕਿ ਉਸ ਦਾ ਜਨਮ ਉਸ ਦੇ ਬੁਢਾਪੇ ਵਿੱਚ ਹੋਇਆ ਸੀ। ਉਸ ਨੇ ਯੂਸਫ ਨੂੰ ਇੱਕ ਸੁੰਦਰ ਕੁੜਤਾ ਵੀ ਬਣਾ ਕੇ ਦਿੱਤਾ ਸੀ। ਪਰ ਜਦੋਂ ਯੂਸਫ ਦੇ ਭਰਾਵਾਂ ਨੇ ਇਹ ਦੇਖਿਆ ਕਿ ਉਹਨਾਂ ਦਾ ਪਿਤਾ ਯੂਸਫ ਨੂੰ ਸਭ ਤੋਂ ਅਧਿਕ ਪਿਆਰ ਕਰਦਾ ਹੈ ਤਾਂ ਉਹ ਉਸ ਨੂੰ ਨਫ਼ਰਤ ਕਰਨ ਲੱਗ ਪਏ। ਇੱਥੋਂ ਤੱਕ ਕਿ ਉਸ ਨੇ ਉਹਨਾਂ ਨਾਲ ਚੰਗੀ ਤਰ੍ਹਾਂ ਬੋਲਣਾ ਵੀ ਛੱਡ ਦਿੱਤਾ। ਇੱਥੇ ਆਪਾਂ ਦੇਖਦੇ ਕਿ ਯੂਸਫ ਜਿਹੜਾ ਸੀ ਉਹ ਪਿਤਾ ਦਾ ਪਿਆਰਾ ਬੱਚਾ ਸੀ। And here we say that Joseph was loved by his father. ਤੇ ਉਹਦਾ ਪਿਤਾ ਉਹਨੂੰ ਜ਼ਿਆਦਾ ਪਿਆਰ ਕਰਦਾ ਸੀ। ਜਦੋਂ ਉਹਨਾਂ ਨੂੰ ਭਰਾਵਾਂ ਨੂੰ ਪਤਾ ਲੱਗਾ ਆਮ ਹੈਗਾ ਆ ਆਪਣੇ ਵਿੱਚ ਕਿ ਉਦੋਂ ਆਪਾਂ ਜੈਲਸ ਕਰਦੇ ਕਿ ਮਾਂ ਪਿਓ ਨੂੰ ਜ਼ਿਆਦਾ ਪਿਆਰ ਕਿਉਂ ਕਰਦਾ ਹੈ। And the brothers found out that dad loved Joseph more. Then this happens in these days as well, that when the father or the parents love one child more than the others feel jealous. ਉਧਰੋਂ ਪਿਓ ਦਾ ਪਿਆਰ ਵੀ ਉਹਨੂੰ ਮਿਲਦਾ ਸੀ ਤੇ ਉਧਰੋਂ ਪਰਮੇਸ਼ਰ ਦਾ ਵੀ ਹੱਥ ਉਹਦੇ ਤੇ ਸੀ। And he was receiving father's love, but also God's hand was on him. ਹੁਣ ਆਪਾਂ ਅੱਗੇ ਪੜ੍ਹਦੇ ਹਾਂ। I'm going to read forward. ਤਾਂ ਮੈਂ ਇਸ ਲਈ ਪੜ੍ਹ ਰਹੀ ਹਾਂ ਕਿ ਤੁਹਾਨੂੰ ਸਮਝ ਲੱਗਦੀ ਹੈ। ਕਈਆਂ ਨੂੰ ਨਹੀਂ ਪੜ੍ਹੀ ਇਹ ਕਿਤਾਬ ਕਿ ਯੂਸਫ ਕੌਣ ਸੀ ਤੇ ਕਿੱਦਾਂ ਸੀ। So we just continue to read so we know who Joseph was. ਤਦ ਯੂਸਫ ਨੂੰ ਇੱਕ ਸੁਪਨਾ ਆਇਆ। ਉਸ ਨੇ ਇਸ ਬਾਰੇ ਆਪਣੇ ਭਰਾਵਾਂ ਨੂੰ ਦੱਸਿਆ। ਉਹ ਉਸ ਨੂੰ ਹੋਰ ਘਿਰਣਾ ਕਰਨ ਲੱਗੇ। And when Joseph one day had a dream and he told his brothers about it, and they started to hate him even more.
ਉਹਨੇ ਸੁਪਨਾ ਉਸਨੇ ਆਪਣੇ ਭਰਾਵਾਂ ਨੂੰ ਇਹ ਕਿਹਾ, ਮੇਰਾ ਸੁਪਨਾ ਜੋ ਮੈਂ ਅੱਜ ਰਾਤ ਨੂੰ ਦੇਖਿਆ ਹੈ ਇਸ ਤਰ੍ਹਾਂ ਹੈ, ਅਸੀਂ ਸਭ ਇੱਕ ਖੇਤ ਵਿੱਚ ਭਰੀਆਂ ਬਣ ਰਹੇ ਸਾਂ, ਮੇਰੀ ਭਰੀ ਉਸ ਸਮੇਂ ਖੜੀ ਹੋ ਗਈ ਅਤੇ ਤੁਹਾਡੀਆਂ ਸਭ ਭਰੀਆਂ ਨੇ ਨਿਉ ਕੇ ਪ੍ਰਣਾਮ ਕੀਤਾ। And he was saying that my dream was that we were tying up the bundles of grain, and my bundle of grain was kind of standing, and all your bundles of grain were bowing down in front of my bundle of grain. ਉਹਦੇ ਭਰਾਵਾਂ ਨੂੰ ਗੁੱਸਾ ਆਇਆ ਤੇ ਉਹਨਾਂ ਨੇ ਕਿਹਾ ਕਿ ਕੀ ਤੂੰ ਕੀ ਸੋਚਦਾ ਕਿ ਅਸੀਂ ਤੈਨੂੰ ਝੁਕ ਕੇ ਪ੍ਰਣਾਮ ਕਰਾਂਗੇ? And the brothers were really mad. They thought, what are you trying to say, that we are going to bow down in front of you? ਭੈਣੋ ਤੇ ਭਰਾਵੋ, ਇੱਥੇ ਮੈਂ ਤੁਹਾਨੂੰ ਦੱਸਣਾ ਚਾਹੁੰਦੀ, ਕਈ ਵਾਰੀ ਸਾਡੇ ਪਰਿਵਾਰ ਦੇ ਵਿੱਚ ਸਾਡੀ ਕੀਮਤ ਕੋਈ ਨਹੀਂ ਹੁੰਦੀ, ਅਸੀਂ ਤੁੱਛ ਹੁੰਦੇ ਹਾਂ। And I want to tell you that sometimes in our families we have no value in our families. ਉਹਨਾਂ ਵਿੱਚੋਂ ਇੱਕ ਮੈਂ ਵੀ ਹਾਂ। And I am one of them. ਹਾਲੇਲੂਇਆ। ਮੂਰਖਾਂ ਨੂੰ ਪਰਮੇਸ਼ਰ ਨੇ ਚੁਣ ਲਿਆ, ਵੀ ਵਚਨ ਦੇ ਵਿੱਚ ਲਿਖਿਆ ਹੈ, ਜਿਨ੍ਹਾਂ ਨੂੰ ਕੋਈ ਪਿਆਰ ਨਹੀਂ ਕਰਦਾ ਉਹਨੂੰ ਪਰਮੇਸ਼ਰ ਪਿਆਰ ਕਰਦਾ ਹੈ। And the one nobody loves, God loves them. ਸੋ ਯੂਸੁਫ ਨੂੰ ਫਿਰ ਇੱਕ ਹੋਰ ਸੁਪਨਾ ਆਇਆ। And there's one more dream Joseph had. ਉਹਨੇ ਉਹਦੇ ਵਿੱਚ ਕਿਹਾ ਕਿ ਜਿਸ ਮੈਨੂੰ ਅੱਜ ਰਾਤ ਇੱਕ ਹੋਰ ਸੁਪਨਾ ਆਇਆ ਹੈ, ਜਿਸ ਵਿੱਚ ਸੂਰਜ, ਚੰਨ ਅਤੇ 11 ਤਾਰਿਆਂ ਨੇ ਨਿਉ ਕੇ ਮੈਨੂੰ ਪ੍ਰਣਾਮ ਕੀਤਾ ਹੈ। And he said, I had another dream that the sun, moon, and the stars, 11 stars, they are bowing down in front of me. ਉਹਨੇ ਆਪਣੇ ਪੇ ਨੂੰ ਵੀ ਇਹ ਸੁਪਨਾ ਦੱਸਿਆ। And he also told this dream to the ਉਹਦੇ father. ਬਾਪ ਨੇ ਕੀ ਕਿਹਾ, ਕੀ ਤੂੰ ਸੋਚਦਾ ਕਿ ਮੈਂ ਤਾਂ ਤੇਰੀ ਮਾਂ ਤੇ ਤੇਰੇ ਭਰਾ ਤੈਨੂੰ ਝੁਕ ਕੇ ਅਸੀਂ ਪ੍ਰਣਾਮ ਕਰਾਂਗੇ? And then he said, the father said, well, what are you trying to say? Your father and your mother and your brothers are going to bow down in front of you? ਪਰ ਉਹਦੇ ਬਾਪ ਨੇ ਉਹ ਸੁਪਨਾ ਜਿਹੜਾ ਆਪਣੇ ਮਨ ਦੇ ਵਿੱਚ ਰੱਖਿਆ। But that dream, even though the father said that, he kept that in his heart. ਇੱਕ ਜਗ੍ਹਾ ਨਿਊ ਟੈਸਟਮੈਂਟ ਵਿੱਚ ਲਿਖਿਆ ਕਿ ਮਰੀਅਮ ਨੇ ਜੋ ਦੂਤ ਨੇ ਗੱਲਾਂ ਕੀਤੀਆਂ ਸੀ ਆਪਣੇ ਮਨ ਵਿੱਚ ਰੱਖੀਆਂ। And one place it says that whatever the angel talked to Mary about, Mary kept it in her heart. ਬਹੁਤ ਗੱਲਾਂ ਜਿਹੜੀਆਂ ਸਾਨੂੰ ਮਨ ਵਿੱਚ ਰੱਖਣੀਆਂ ਪੈਂਦੀਆਂ, ਜਿਹੜੀਆਂ ਪਰਮੇਸ਼ਰ ਵੱਲੋਂ ਕਈ ਵਾਰ ਹੁੰਦੀਆਂ। A lot of times the things that are from the Lord, we keep it in our heart sometimes. ਹਾਲੇਲੂਇਆ। ਅੱਜ ਦੇ ਸਮੇਂ ਦੇ ਦੌਰਾਨ ਆਪਾਂ ਜੇ ਕੋਈ ਸਟੋਰੀ ਦੇਖਣੀ ਹੋਵੇ ਤੇ ਯੂਸੁਫ ਦੀ ਸਟੋਰੀ ਜਿਹੜੀ ਆ ਬਹੁਤ ਸਾਨੂੰ ਸੇਧ ਦਿੰਦੀ ਹੈ, ਇੱਕ ਮਿਸਾਲ ਆ ਜੰਗ ਬੱਚਿਆਂ ਦੇ ਵਾਸਤੇ। And if in these days, if you want to see a story of Joseph is a big encouragement for the young kids. ਇਸ ਤਰ੍ਹਾਂ ਜਵਾਨੀ ਦੇ ਵਿੱਚ 17 ਸਾਲ ਦਾ ਸੀ ਜਦੋਂ ਉਹਨੂੰ ਉਹਦੇ ਭਰਾਵਾਂ ਨੇ ਵੇਚ ਦਿੱਤਾ ਸੀ, ਮੌਤ ਉਹਦਾ ਪਿੱਛਾ ਕਰ ਰਹੀ ਸੀ। And he was only 17 when his brothers sold him, and practically death was following him. ਤੇ ਕਿਸ ਤਰ੍ਹਾਂ ਪਰਮੇਸ਼ਰ ਹਰ ਮੁਸੀਬਤ ਵਿੱਚ ਉਹਨੂੰ ਕੱਢ ਰਿਹਾ ਸੀ, And how God was taking him out of every trouble. ਕਿਉਂਕਿ ਉਹ ਪਰਮੇਸ਼ਰ ਦੀ ਆਗਿਆ ਮੁਤਾਬਕ ਤੇ ਉਹਦੇ ਡਰ ਦੇ ਵਿੱਚ ਚੱਲਦਾ ਸੀ। Because he used to walk in the fear of the Lord. ਤਾਂ ਹੀ ਪਰਮੇਸ਼ਰ ਉਹਨੂੰ ਸਫਲਤਾ ਦਿੰਦਾ ਸੀ। And that's why God was giving him blessings ਜੇ ਅੱਜ and ਸਫਲਤਾ ਚਾਹੁੰਦੇ success. ਆ ਤੇ ਪਰਮੇਸ਼ਰ ਦੀ ਆਗਿਆਕਾਰੀ ਤੇ ਉਹਦੇ ਡਰ ਦੇ ਵਿੱਚ ਚੱਲੀਏ। If we need success, we have to walk in God's obedience and fear. ਹੁਣ ਆਪਾਂ ਦੇਖਦੇ ਹਾਂ ਕਿ ਯੂਸੁਫ ਦੀ ਜ਼ਿੰਦਗੀ ਵਿੱਚ ਸਫਲਤਾ ਦਾ ਕਾਰਨ ਕੀ ਸੀ। And we're going to see what was the reason, what was behind his success. ਇਹਦੇ ਵਿੱਚ ਆਪਾਂ 5 ਲੈਸਨ ਸਿੱਖਦੇ ਹਾਂ। And there are 5 lessons we're going to see. ਵਚਨ ਦੇ ਵਿੱਚੋਂ ਹਮੇਸ਼ਾ ਆਪਾਂ ਨੂੰ ਸਿੱਖਣ ਨੂੰ ਹੀ ਮਿਲਦਾ ਆ। And in the Word of God, every time we learn stuff. ਜਿਹੜਾ ਪੁਰਾਣਾ ਨਿਯਮ ਆ ਇਹਦੇ ਵਿੱਚ ਜਿੰਨੀਆਂ ਵੀ ਕਹਾਣੀਆਂ ਆ ਪੁਰਾਣੀਆਂ ਲਿਖੀਆਂ ਗਈਆਂ ਆ, ਉਹਨਾਂ ਵਿੱਚੋਂ ਆਪਾਂ ਨੂੰ ਸੇਧ ਮਿਲਦੀ ਆ ਜ਼ਿੰਦਗੀ ਜੀਣ ਵਾਸਤੇ। And all in the Old Testament, so many stories, we learned how to live our life with ਨੰਬਰ that. 1 ਤੇ ਆਪਾਂ ਉਹਦੀ ਜ਼ਿੰਦਗੀ 'ਚ ਦੇਖਦੇ ਹਾਂ ਕਿ ਆਪਣੇ ਮਾਂ-ਬਾਪ ਦੀ ਆਗਿਆ ਮੰਨਣ ਦਾ ਕਿੰਨਾ ਮਹੱਤਵ ਹੈ ਆਪਣੀ ਜ਼ਿੰਦਗੀ ਦੇ ਵਿੱਚ। And the first thing what we're going to see is that what a blessing it is when we listen to our parents. ਕਿਉਂਕਿ ਉਹ ਆਪਣੇ ਬਾਪ ਦਾ ਆਗਿਆਕਾਰੀ ਸੀ। Because he always listened to what his dad wanted. ਫਿਰ ਆਪਾਂ ਉਹਦੀ ਜ਼ਿੰਦਗੀ ਤੋਂ ਦੂਜੇ ਨੰਬਰ ਤੇ ਸਿੱਖਦੇ ਹਾਂ ਕਿ ਉਹ ਕਰੋ ਜੋ ਪਰਮੇਸ਼ਰ ਨੂੰ ਚੰਗਾ ਲੱਗਦਾ ਆ, ਨਤੀਜਿਆਂ ਦੇ ਬਾਰੇ ਕੋਈ ਪਰਵਾਹ ਨਾ ਕਰੋ। And then we see that do what is pleasing to God. Don't worry about what's going to come after. ਤੀਜੇ ਨੰਬਰ ਤੇ ਆਪਾਂ ਦੇਖਾਂਗੇ ਉਹਦੀ ਲਾਈਫ ਦੇ ਵਿੱਚ ਪਰਮੇਸ਼ਰ ਦੀ ਅਗਵਾਈ ਤੇ ਭਰੋਸਾ ਕਰਨ ਨਾਲ ਤੁਹਾਨੂੰ ਭਵਿੱਖ ਦੇ ਵਿੱਚ ਤਿਆਰੀ ਕਰਨ ਦੀ ਜ਼ਰੂਰਤ ਨਹੀਂ। And then that if we follow what God is saying, then in future it will be easier for us. ਕਿਉਂਕਿ ਆਪਣੇ ਆਪ ਪਰਮੇਸ਼ਰ ਉਹ ਜਦੋਂ ਅਸੀਂ ਆਗਿਆ 'ਚ ਚੱਲਦੇ ਹਾਂ ਤਾਂ ਪਰਮੇਸ਼ਰ ਆਪਣੇ ਆਪ ਸਾਡਾ ਫਿਊਚਰ ਜਿਹੜਾ ਉਹਨੂੰ ਬਣਾ ਦਿੰਦਾ ਆ।
And when we walk in obedience, then God prepares and makes our future. ਚੌਥੇ ਨੰਬਰ ਤੇ ਆਪਾਂ ਦੇਖਾਂਗੇ ਕਿ ਮਾਫੀ ਨੂੰ ਹਮੇਸ਼ਾ ਮਾਫੀ ਦੇ ਵਿੱਚ ਵੱਧਦੇ ਜਾਣਾ ਚਾਹੀਦਾ, ਮਾਫੀ ਦੇਣ ਦੇ ਵਿੱਚ ਵੱਧਦੇ ਜਾਣਾ ਚਾਹੀਦਾ ਆ। And after that, we're gonna see in forgiveness, we always have to be ready to forgive. ਨੰਬਰ 5 ਤੇ ਆਪਾਂ ਦੇਖਾਂਗੇ ਕਿ ਸਾਡੇ ਜੀਵਨ ਦੇ ਸਾਰੇ ਔਖੇ ਪਲਾਂ ਉੱਤੇ ਪਰਮਾਤਮਾ ਹੈ। And we're gonna see, even in the hard times of our life, God is there with us. ਆਪਾਂ ਜਿੰਨੀ ਮਰਜ਼ੀ ਮੁਸੀਬਤ 'ਚ ਇਸ ਟਾਈਮ ਕੋਈ ਵੀ ਭੈਣ ਭਰਾ ਜਾ ਰਿਹਾ ਹੈ, ਇਹ ਯਾਦ ਰੱਖੋ ਕਿ ਪਰਮੇਸ਼ਰ ਤੁਹਾਡੇ ਨਾਲ ਹੈ। And no matter in what kind of troubled times you are going through at this time, I want to tell you that always remember that God is with you. ਆਪਾਂ ਦੇਖਦੇ ਪਹਿਲਾ ਪੁਆਇੰਟ ਦੇਖਦੇ ਹਾਂ ਕਿ ਮਾਤਾ ਪਿਤਾ ਦੀ ਆਗਿਆਕਾਰੀ ਦੇ ਵਿੱਚ ਕੀ ਫਾਇਦਾ ਹੈ। And now, first point, we're gonna see what are the blessings when we obey our parents. ਅਫਸੀਆਂ ਦਾ 6ਵੇਂ ਚੈਪਟਰ ਦਾ 1 ਤੋਂ 3 ਤੱਕ ਪੜਾਂਗੇ। And it's Ephesians 6:1-3. ਬੱਚਿਓ ਆਪਣੇ ਮਾਪਿਆਂ ਦੇ ਆਗਿਆਕਾਰੀ ਬਣ ਕੇ ਰਹੋ ਕਿਉਂਕਿ ਇਹ ਕਰਨਾ ਭਲਾ ਹੈ। ਆਪਣੇ ਮਾਂ ਪਿਓ ਦਾ ਸਤਿਕਾਰ ਕਰ, ਇਹ ਪਹਿਲੀ ਆਗਿਆ ਹੈ ਜਿਸ ਦੇ ਨਾਲ ਪ੍ਰਤਿੱਗਿਆ ਵੀ ਹੈ। ਇਸ ਦੇ ਪੂਰਾ ਕਰਨ ਨਾਲ ਤੇਰਾ ਭਲਾ ਹੋਵੇਗਾ ਅਤੇ ਧਰਤੀ ਉੱਤੇ ਤੂੰ ਲੰਬੀ ਉਮਰ ਭੋਗੇਗਾ। ਇੱਥੇ ਆਪਾਂ ਦੇਖਦੇ ਹਾਂ ਕਿ ਮਾਂ ਪਿਓ ਦੀ ਆਗਿਆ ਕਰਨ ਦੇ ਨਾਲ ਪਰਮੇਸ਼ਰ ਦਾ ਵਚਨ ਕਹਿੰਦਾ ਹੈ ਕਿ ਤੇਰਾ ਭਲਾ ਹੋਊਗਾ। ਆਪਾਂ ਭਲਾ ਹੀ ਚਾਹੁੰਦੇ ਹਾਂ। And here it says that if you listen to the parents, if you are obeying to your parents, that you're gonna receive blessings. ਤੇ ਆਪਾਂ ਲੰਬੀ ਉਮਰ ਵੀ ਚਾਹੁੰਦੇ ਹਾਂ। And we also want a long life. ਇਹ ਵੀ A long ਮਿਲਦੀ ਆ। life. And this is another ਇਸ blessing. ਕਰਕੇ ਯੂਸਫ ਜਿਹੜਾ ਸੀ ਉਹ ਪਿਤਾ ਦਾ ਆਗਿਆਕਾਰ ਸੀ। ਪਰਮੇਸ਼ਰ ਨੇ ਸ਼ਾਇਦ ਉਹਨੂੰ ਇੰਨੇ ਲੰਬੇ ਸਫ਼ਰ ਦੇ ਵਿੱਚ ਤਾਂ ਹੀ ਬਚਾਇਆ। And Joseph, he was very obedient to his father. Maybe that's why he lived such a long life and a blessed life. ਹੁਣ ਆਪਾਂ 37 ਚੈਪਟਰ ਜਿਹੜਾ ਉਤਪਤ ਦਾ ਉਹਦੇ 12ਵੇਂ ਵਰਸ ਤੋਂ ਦੇਖਦੇ ਹਾਂ। And now Genesis 37, chapter 12 onwards. ਜਿਹੜਾ ਯੂਸਫ ਸੀ ਉਹਦੇ ਭਰਾ ਸ਼ਕਮ ਵੱਲ ਨਾਂ ਦੀ ਥਾਂ ਤੇ ਆਪਣੇ ਪਿਤਾ ਦੀਆਂ ਭੇਡਾਂ ਚਰਾਉਣ ਵਾਸਤੇ ਗਏ ਸੀ। And there was a place where Joseph's brothers, they went to take his flocks there. ਯੂਸਫ ਨੇ ਉਹਨੂੰ ਕਿਹਾ ਕਿ ਤੂੰ ਜਾ ਕੇ ਆਪਣੇ ਭਰਾਵਾਂ ਨੂੰ ਦੇਖ ਤੇ ਉਹਨਾਂ ਦੀ ਖਬਰਸਾਰ ਲੈ ਕੇ ਆ। And Joseph was told, Jacob told Joseph that go and check out how your brothers are. ਉਹਨੇ ਆਪਣੇ ਪਿਤਾ ਦੇ ਕਹੇ ਅਨੁਸਾਰ ਉਹ ਤੋਂ ਤੁਰ ਪਿਆ ਤੇ ਉਹਨੇ ਉੱਥੇ ਜਾ ਕੇ ਦੇਖਿਆ ਕਿ ਉਹਦੇ ਭਰਾ ਉਸ ਜਗ੍ਹਾ ਤੇ ਨਹੀਂ ਸੀ। And when he left, because his dad said to go, when he went there, he saw that the brothers weren't there. ਤੇ ਉਹ ਆਪਣੇ ਭਰਾਵਾਂ ਨੂੰ ਲੱਭ ਰਿਹਾ ਸੀ ਤੇ ਉਹਨੂੰ ਉੱਥੇ ਇੱਕ ਆਦਮੀ ਮਿਲਿਆ। When he was looking for his brothers, and he saw one man over there. ਉਹਨੇ ਕਿਹਾ ਕਿ ਤੂੰ ਕੀ ਲੱਭ ਰਿਹਾ ਹੈ? And he said, what are you looking for? ਉਹਨੇ ਕਿਹਾ ਕਿ ਮੇਰੇ ਭਰਾ ਇੱਥੇ ਆਏ ਸੀ, ਤੂੰ ਕਿਤੇ ਦੇਖਿਆ ਉਹਨਾਂ ਨੂੰ? And he says, my brothers came here, did you see them? ਉਸ ਆਦਮੀ ਨੇ ਕਿਹਾ ਕਿ ਮੈਂ ਉਹਨਾਂ ਨੂੰ ਗੱਲਾਂ ਕਰਦੇ ਸੁਣਿਆ ਸੀ ਕਿ ਆਓ ਦੋਥਾਨ ਦੇ ਇਲਾਕੇ ਵੱਲ ਚੱਲੀਏ। And I heard them talking to go to a certain different countryside. ਤੇ ਉਹ ਫਿਰ ਉਧਰ ਨੂੰ ਚੱਲ ਗਿਆ। And then Joseph then followed, and he went that way. ਇੱਥੇ ਆਪਾਂ ਦੇਖਦੇ ਹਾਂ ਕਿ ਯੂਸਫ ਨੇ ਇਹ ਨਹੀਂ ਸੋਚਿਆ ਕਿ ਪਿਤਾ ਨੇ ਤਾਂ ਮੈਨੂੰ ਸ਼ਕਮ ਜੀ ਭੇਜਿਆ ਸੀ। And then here we are saying that the father told me to go to Shechem. ਜੇ ਕੋਈ ਲੇਜ਼ੀ ਹੁੰਦਾ ਅੱਜ ਕੱਲ੍ਹ ਦੇ ਬੱਚਿਆਂ ਵਰਗਾ ਤਾਂ ਉੱਥੋਂ ਹੀ ਵਾਪਸ ਆ ਕੇ ਕਹਿਣਾ ਸੀ ਮੈਨੂੰ ਮਿਲੇ ਨਹੀਂ ਗਏ। And then if it was the children, today's children, lazy little bit, he would have said, oh, dad told me to just go there, and he would have come back just from there. ਉਹ ਫਿਰ ਵੀ ਉਹਨਾਂ ਨੂੰ ਲੱਭ ਕੇ ਉਹਨਾਂ ਕੋਲ ਪਹੁੰਚਿਆ। And then he still went elsewhere and he found them. ਕਿਉਂਕਿ ਉਹਨੇ ਜ਼ਰੂਰੀ ਸਮਝਿਆ ਕਿ ਆਪਣੇ ਬਾਪ ਦਾ ਕਹਿਣਾ ਮੰਨਣਾ ਆ। Because he thought that it's important that I want to listen to what my dad is saying. ਹਾਲੇਲੂਇਆ। Amen. ਤੇ ਅੱਗੇ ਜਾ ਕੇ ਦੇਖਦੇ ਹਾਂ ਕਿ ਉਹ ਆਗਿਆਕਾਰੀ ਸੀ, ਪਰਮੇਸ਼ਰ ਦੀ ਬਰਕਤ ਉਹਦੇ ਉੱਤੇ ਬਣੀ ਹੋਈ ਸੀ। ਦੂਜੇ ਨੰਬਰ ਤੇ ਆਪਾਂ ਦੇਖਦੇ ਜੋ ਪਰਮੇਸ਼ਰ ਨੂੰ ਚੰਗਾ ਲੱਗਦਾ ਆ, ਨਤੀਜਿਆਂ ਦੀ ਪਰਵਾਹ ਨਹੀਂ ਕਰਨੀ, ਉਹੀ ਕਰਨਾ ਜੋ ਪਰਮੇਸ਼ਰ ਨੂੰ ਚੰਗਾ ਕਰਦਾ। And then number 2, we're gonna see that we are going to do what our Father wants us to do. Let's not worry about the result. Let's follow God and let's do what He wants us to do. ਮਿਸਰ ਦੀ ਆਪਾਂ ਦੇਖਦੇ ਕਿ ਜਦੋਂ ਯੂਸਫ ਉੱਥੇ ਜਾਂਦਾ ਹੈ ਤਾਂ ਉਹਦੇ ਭਰਾ ਜਿਹੜੇ ਆ ਉਹਨੂੰ ਦੇਖਦੇ ਆਉਂਦੇ ਨੂੰ ਕਿ ਉਹਨਾਂ ਨੇ ਦੂਰੋਂ ਦੇਖ ਲਿਆ ਤੇ ਉਹਨੂੰ ਕਹਿਣ ਲੱਗੇ ਕਿ ਸੁਪਨਿਆਂ ਦਾ ਮਾਲਕ ਆਉਂਦਾ ਹੈ, ਹੱਸਣ ਲੱਗੇ ਉਹਦੇ ਤੇ। And when he went and found the brothers, when the brothers saw him come and they were laughing at him, they were all saying, oh, there comes the king of the dreams. ਉਹ ਇੰਨੀ ਜੈਲਸ ਕਰਨ ਲੱਗੇ ਕਿ ਉਹਨਾਂ ਨੇ ਸੋਚਿਆ ਕਿ ਇਹਨੂੰ ਮਾਰ ਦੇਈਏ। And they were so jealous and they planned to kill him.
ਅੱਜ ਕੱਲ੍ਹ ਵੀ ਇਦਾਂ ਹੀ ਹੋ ਰਿਹਾ, ਜੈਲਸ ਦੇ ਨਾਲ ਬਹੁਤ ਲੋਕ ਜਿਹੜੇ ਆਪਣਿਆਂ ਨੂੰ ਮਾਰ ਰਹੇ ਆ। And this is what's happening these days too. With jealousy, people are killing their own people. ਇਹ ਪਰਮੇਸ਼ਰ ਵੱਲੋਂ ਨਹੀਂ ਭੈਣੋ ਤੇ ਭਰਾਵੋ। This is not from God, brothers ਬਹੁਤ and ਜ਼ਰੂਰਤ sisters. ਹੈ ਆਪਣੇ ਬੱਚਿਆਂ ਨੂੰ, ਆਪਣੇ ਪਰਿਵਾਰਾਂ ਨੂੰ ਪਰਮੇਸ਼ਰ ਦੇ ਵਿੱਚ ਲੈ ਕੇ ਆਈਏ, It's so important for us to bring our families, our children to the Lord, ਤਾਂ ਜੋ ਸ਼ੈਤਾਨ ਦੇ ਕੰਮ ਨਾਸ਼ ਕੀਤੇ ਜਾਣ। so that the devil's work can be cancelled. ਫਿਰ ਉਹਨਾਂ ਨੇ ਕੀ ਕੀਤਾ ਕਿ ਕਹਿੰਦੇ ਆਓ ਇਹਨੂੰ ਖੂਹ ਦੇ ਵਿੱਚ ਸਿੱਟ ਦਈਏ। And then the brothers planned that let's throw him in a well. ਬਾਪ ਦਾ ਲਾਡਲਾ ਛੋਟਾ ਪੁੱਤਰ ਜਿਹਦੇ ਉੱਤੇ ਪਰਮੇਸ਼ਰ ਦਾ ਹੱਥ ਸੀ, ਉਹਨਾਂ ਨੇ ਚੁੱਕ ਕੇ ਖੂਹ ਦੇ ਵਿੱਚ ਸੁੱਟ ਦਿੱਤਾ। And this little younger son of the so precious to their father, and God's hand was on him, they threw him in a well. ਉਹਨਾਂ ਨੇ ਉਹਦਾ ਕੁੜਤਾ ਲਾ ਕੇ ਉਹਨੂੰ ਇੱਕ ਜਾਨਵਰ ਦੇ ਲਹੂ ਦੇ ਨਾਲ ਰੰਗ ਲਿਆ ਤੇ ਪਿਤਾ ਦੇ ਕੋਲ ਲੈ ਗਏ। And they took his shirt robe off, and then they put some animal's blood on it, and they took that robe back to the father. ਇੱਕ ਭਰਾ ਨੇ ਕਿਹਾ ਵੀ ਕਿ ਆਪਾਂ ਨਾ ਕਰੀਏ, ਆਪਣੇ ਹੱਥਾਂ ਨੂੰ ਖੂਨ ਦੇ ਨਾਲ ਨਾ ਰੰਗੀਏ, ਇਹਨੂੰ ਨਾ ਸਿੱਟੀਏ, ਨਾ ਮਾਰੀਏ। And one of those brothers, they did say, let's not do any harm to him, let's not do all this, why are we taking his blood on us, let's not do this. ਫਿਰ ਉਹਨਾਂ ਨੇ ਕੀ ਕੀਤਾ, ਉਹਨੂੰ ਖੂਹ ਚੋਂ ਕੱਢ ਕੇ And then they took him out of the well. ਆਪਾਂ ਇੱਕ ਵਰਸ ਪੜ੍ਹਦੇ ਹਾਂ, I'm going to read a verse. ਉਤਪਤ ਦਾ 37 ਦਾ 37 ਦਾ 28ਵਾਂ ਵਰਸ ਪੜ੍ਹਦੇ ਹਾਂ। Genesis 37:28. ਇਸ ਲਈ ਜਦੋਂ ਉਹ ਮਿਦਿਆਨੀ ਵਪਾਰੀ ਅਰਥਾਤ ਇਸਮਾਈਲੀ ਉਹਨਾਂ ਦੇ ਲਾਗੇ ਆਏ ਤਾਂ ਉਹਨਾਂ ਨੇ ਯੂਸਫ ਨੂੰ ਖੂਹ ਵਿੱਚੋਂ ਕੱਢ ਕੇ ਇਸਮਾਈਲੀਆਂ ਅੱਗੇ ਚਾਂਦੀ ਦੇ 20 ਸਿੱਕੇ ਲੈ ਕੇ ਵੇਚ ਦਿੱਤਾ। And that's when the people, traders came, and what they did, they took him out of the well, the pit, and they sold him for 20 coins. ਇੱਥੇ ਆਪਾਂ ਦੇਖਦੇ ਕਿ ਗੁਲਾਮੀ, ਮਿਸਰ ਚ ਗੁਲਾਮ ਸੀ, ਉੱਥੇ ਵੇਚ ਦਿੱਤਾ ਆਪਣੇ ਭਰਾ ਨੂੰ ਉਹਨਾਂ ਨੇ। And they sold their brother to Egypt, people from Egypt. ਤੇ ਜਦੋਂ ਪਿਤਾ ਨੂੰ ਜਾ ਕੇ ਦੱਸਿਆ, ਉਹਨੇ ਸੋਗ ਬਣਾਇਆ, ਉਹਨੇ ਆਪਣੇ ਕੱਪੜੇ ਪਾੜ ਸਿੱਟੇ ਤੇ ਉਹਨੇ ਬਹੁਤ ਜ਼ਿਆਦਾ ਦੁੱਖ ਮਨਾਇਆ ਉਹਦੇ ਵਾਸਤੇ। And when the brothers went back and they told the father that your son is dead, he was very sad, he was crying, he ripped his clothes. ਹੁਣ ਆਪਾਂ ਅੱਗੇ ਪੜ੍ਹਦੇ ਹਾਂ, ਇਹ ਸਟੋਰੀ ਤਾਂ ਬਹੁਤ ਲੰਮੀ ਆ, ਆਪਾਂ ਪਰ ਸ਼ਾਰਟ ਪੜ੍ਹਦੇ ਹਾਂ। And the story is very long, but we're gonna just see few parts. ਤੇ ਹੁਣ ਆਪਾਂ ਦੇਖਦੇ ਹਾਂ ਕਿ ਜਦੋਂ 39 ਦਾ ਪਹਿਲੇ ਵਰਸ ਤੋਂ ਆਪਾਂ 6 ਤੱਕ ਪੜ੍ਹਦੇ ਹਾਂ। And we're gonna see now Genesis 39, first 6 verses. ਸੋ ਇਸਮਾਈਲੀ ਯੂਸਫ ਨੂੰ ਮਿਸਰ ਵਿੱਚ ਲੈ ਗਏ, ਉੱਥੇ ਉਹ ਉਸ ਨੂੰ ਇੱਕ ਪੋਟੀਫਰ ਨਾਂ ਦੇ ਮਿਸਰੀ ਨੇ ਉਹਨਾਂ ਕੋਲੋਂ ਖਰੀਦ ਲਿਆ। ਪੋਟੀਫਰ ਮਿਸਰ ਦੇ ਰਾਜਾ ਫਰੌਨ ਦਾ ਇੱਕ ਉੱਚਾ ਅਫਸਰ ਸੀ, ਉਸ ਦੇ ਹੱਥਾਂ ਵਿੱਚ ਰਾਜ ਦੇ ਮਹਿਲ ਦਾ ਸਾਰਾ ਪ੍ਰਬੰਧ ਸੀ। ਯੂਸਫ ਨਾਲ ਪਰਮੇਸ਼ਰ ਸੀ, ਇਸ ਲਈ ਇਹ ਸਭ ਕੁਝ ਉਸ ਦੇ ਭਲੇ ਲਈ ਹੋ ਰਿਹਾ ਸੀ। And now we see that the traders took him to Egypt, to a man who was the leader of among all, and his name was Potiphar, and they sold him to Potiphar. So, but Joseph has God's hand on his head. ਹੁਣ ਜਿੱਦਾਂ ਭੈਣ ਨੇ ਗਵਾਹੀ ਦਿੱਤੀ ਕਿ ਪਰਮੇਸ਼ਰ ਨਾਲ ਸੀ, ਹੁਣ ਆਂਟੀ ਜੀ ਨੇ ਗੀਤ ਗਾਇਆ ਕਿ ਉਹ ਪਰਮੇਸ਼ਰ ਸਾਡੇ ਨਾਲ ਰਹਿੰਦਾ ਆ। ਮਤਲਬ ਇਹ ਸੋਚੋ ਕਿ ਪਰਮੇਸ਼ਰ ਆਪਾਂ ਨੂੰ ਛੱਡਦਾ ਨਹੀਂਗਾ, ਅਸੀਂ ਚਾਹੇ ਇੱਧਰ ਉੱਧਰ ਹੋ ਜਾਈਏ ਪਰ ਉਹ ਵਫਾਦਾਰ ਪਰਮੇਸ਼ਰ ਹੈ। And just like the sister gave the testimony and the worship song was sang, that God is always with us. No matter what happens, we might forget about him, but he never leaves us. ਇੱਥੇ ਦੂਸਰੇ ਵਰਸ ਦੇ ਵਿੱਚ ਲਿਖਿਆ ਕਿ ਉਹਦੇ ਭਲੇ ਲਈ ਇਹ ਸਭ ਕੁਝ ਹੋ ਰਿਹਾ ਸੀ। ਪਹਿਲਾਂ ਖੂਹ 'ਚ ਸਿੱਟਿਆ ਗਿਆ, ਫਿਰ ਵੇਚ ਦਿੱਤਾ, ਫਿਰ ਜਾ ਕੇ ਗੁਲਾਮੀ 'ਚ ਉੱਥੇ ਦੇ ਦਿੱਤਾ। ਇਹਦੇ ਵਿੱਚ ਭਲਾ ਜੇ ਆਮ ਮਨੁੱਖ ਸੋਚਦਾ ਤਾਂ ਕੋਈ ਭਲੇ ਵਾਲੀ ਗੱਲ ਨਹੀਂ ਦਿਸਦੀ। And here it says that whatever was happening to him was happening for his good. First he was thrown into the pit, and then he was sold as a slave. If we actually think about it, I don't see any good stuff in here. ਪਰ ਆਪਾਂ ਅੱਗੇ ਜਾ ਕੇ ਦੇਖਾਂਗੇ ਜਦੋਂ ਉਹਦੀ ਜ਼ਿੰਦਗੀ ਦੇ ਵਿੱਚ ਪਰਮੇਸ਼ਰ ਨੇ ਕੰਮ ਕੀਤਾ। But we're gonna see more there that when God started to work in ਕਿੰਨੇ his ਜਾਣੇ life. ਚਾਹੁੰਦੇ ਆ ਕਿ ਪਰਮੇਸ਼ਰ ਤੁਹਾਡੀਆਂ ਜ਼ਿੰਦਗੀਆਂ ਦੇ ਵਿੱਚ ਕੰਮ ਕਰੇ? We all want that ਆਪਾਂ ਸਾਰੇ God. ਚਾਹੁੰਦੇ ਆ, Hallelujah. ਆਪਾਂ ਸਾਰੇ ਚਾਹੁੰਦੇ ਆ। We all want ਪਰ it. ਯਾਦ ਰੱਖੋ ਆਪਾਂ ਨੂੰ ਪਰਮੇਸ਼ਰ ਦੇ ਵਿੱਚ ਬਣੇ ਰਹਿਣ ਦੀ ਜ਼ਰੂਰਤ But ਹੈ। remember that we have to continue in working and ਅੱਜ walking in the ਕੱਲ੍ਹ Lord. ਨੌਜਵਾਨ ਪੀੜ੍ਹੀ ਜਾਂ ਉੱਦਾਂ ਵੀ ਆਪਾਂ ਵੀ ਕਈ ਵਾਰ
ਕਮਜ਼ੋਰ ਪੈ ਜਾਂਦੇ ਕਿ ਦੁੱਖਾਂ ਦੇ ਵਿੱਚ ਗਲਤ ਰਸਤਾ ਚੁਣ ਲੈਂਦੇ ਆ। And these days, the young generation especially, but even all of us, when we are going through a hard time, wrong times, then we choose a wrong path. ਇੱਥੇ ਮੈਂ ਐਨਕਰੇਜ ਕਰਨਾ ਚਾਹੂੰਗੀ ਖਾਸ ਤੌਰ ਤੇ ਯੰਗ ਬੱਚਿਆਂ ਨੂੰ ਕਿ ਕਦੀ ਵੀ ਗਲਤ ਰਸਤਾ ਨਹੀਂ ਚੁਣਨਾ, ਕਿਉਂਕਿ ਯੂਸਫ ਦੀ ਉਮਰ ਜਿਹੜੀ 17 ਸਾਲ ਦੀ ਸੀ, ਹੀ ਇਜ਼ ਟੂ ਯੰਗ, ਉਹ ਗਲਤ ਪਾਸੇ ਪੈ ਸਕਦਾ ਸੀ, ਪਰ ਉਹਨੇ ਪਰਮੇਸ਼ਰ ਦਾ ਰਸਤਾ ਚੁਣਿਆ ਤੇ ਅੱਗੇ ਜਾ ਕੇ ਪਰਮੇਸ਼ਰ ਨੇ ਉਹਨੂੰ 30 ਸਾਲ ਦੀ ਉਮਰ ਦੇ ਵਿੱਚ ਰਾਜਾ ਬਣਾ ਦਿੱਤਾ। And here I want to encourage all the youngsters today that here we see that Joseph was only 17 years of age at that time, and he could have done anything. He could have gone the wrong path, but God blessed him and he chose God's way, and in the age of 30 he was a king at that time. ਕਈ ਵਾਰ ਬੁੱਢੇ ਹੋ ਜਾਂਦੇ ਕਿ ਸਾਡੀ ਕਾਮਯਾਬੀ ਨਹੀਂ ਹੋਈ ਕਿਉਂਕਿ ਅਸੀਂ ਪਾਸ ਵਿੱਚ ਗਲਤੀਆਂ ਕਰਦੇ ਹੁੰਦੇ ਆ। And ਉਹ sometimes ਜੰਗ ਏਜ 'ਚ ਪਰਮੇਸ਼ਰ ਦੇ ਨਾਲ ਜੁੜਿਆ ਸੀ ਤੇ ਪਰਮੇਸ਼ਰ ਨੇ ਉਹਨੂੰ 30 ਸਾਲ ਦੇ ਵਿੱਚ ਬਰਕਤ ਦਿੱਤੀ। And sometimes we get old and we are still waiting for the blessings because we are making too many mistakes, so we don't get to. And he was in young age, he started to follow the Lord and he continued to follow the Lord, and God blessed him. ਪੋਟੀਫਰ ਆਪਣੇ ਮਾਲਕ ਦੇ ਘਰ ਉਹ ਰਹਿਣ ਲੱਗ ਗਿਆ। ਉਸ ਦੇ ਮਾਲਕ ਨੇ ਦੇਖਿਆ ਕਿ ਯੂਸਫ ਦੇ ਸੰਗ ਪ੍ਰਭੂ ਹੈ ਕਿਉਂਕਿ ਉਸ ਦਾ ਹਰ ਕੰਮ ਸਫਲ ਹੁੰਦਾ ਹੈ। And then he started to live with Potiphar in his house, and Potiphar saw that God's hand is on him because anything he does, there is a success in it. ਉਹਨੇ ਉਹਦੀ ਸੇਵਾ ਨੂੰ ਦੇਖ ਕੇ ਆਪਣਾ ਸਭ ਕੁਝ ਉਹਦੇ ਹੱਥਾਂ ਦੇ ਵਿੱਚ ਦੇ ਦਿੱਤਾ। And the Potiphar saw that how faithful he was. He gave all his household responsibilities in his hand, in Joseph's ਤੇ hand. ਪਰਮੇਸ਼ਰ ਨੇ ਕੀ ਕੀਤਾ ਕਿ ਉਹਨੂੰ ਬਹੁਤ ਬਰਕਤ ਦਿੱਤੀ ਯੂਸਫ ਦੇ ਕਰਕੇ। And God blessed Potiphar so much because of Joseph. ਉਹਨੇ ਕਹਿੰਦੇ ਕਿ ਸਵਾਏ ਪੋਟੀਫਰ ਨੇ ਸਵਾਏ ਆਪਣੇ ਖਾਣ ਦੇ ਆਪਣੇ ਘਰ ਦੀ ਹਰ ਚੀਜ਼ ਅਤੇ ਕੰਮ ਯੂਸਫ ਨੂੰ ਸੌਂਪ ਦਿੱਤਾ ਕਿਉਂਕਿ ਉਹ ਪ੍ਰਭੂ ਉਹਦੇ ਨਾਲ ਸੀ। And the word says that Potiphar gave almost everything in Joseph's hands. Why? Because God was with him. ਇੱਥੇ ਆਪਾਂ ਦੇਖਦੇ ਹਾਂ ਕਿ ਅੱਗੇ ਜਾ ਕੇ ਜਿਹੜੀ ਪੋਟੀਫਰ ਦੀ ਪਤਨੀ ਸੀ, ਉਹਦੇ ਯੂਸਫ ਜਿਹੜਾ ਬਹੁਤ ਸੋਹਣਾ ਸੀ, ਬਹੁਤ ਸੁੰਦਰ ਸੀ, ਉਹਦੀ ਪਤਨੀ ਦੇ ਮਨ ਦੇ ਵਿੱਚ ਗਲਤ ਖਿਆਲ ਆਉਣ ਲੱਗੇ। And then we see forward that Potiphar's wife, she saw that Joseph was very handsome man, so she started to think wrong of him. ਇੱਥੇ ਆਪਾਂ ਕੁਝ ਪੜ੍ਹਦੇ ਹਾਂ ਵਚਨ 7ਵੇਂ ਦੇ ਐਂਡ ਤੋਂ ਲੈ ਕੇ ਥੋੜਾ ਜਿਹਾ। ਉਸ ਨੇ ਯੂਸਫ ਨੂੰ ਕਿਹਾ ਮੇਰੇ ਨਾਲ ਆ ਕੇ ਸੰਗ ਕਰ, ਪਰ ਯੂਸਫ ਨੇ ਨਾ ਕਰਦਿਆਂ ਹੋਇਆਂ ਕਿਹਾ ਮੇਰੇ ਮਾਲਕ ਨੂੰ ਮੇਰੇ ਤੇ ਪੂਰਨ ਭਰੋਸਾ ਹੈ, ਇਸੇ ਲਈ ਉਸਨੇ ਆਪਣਾ ਸਭ ਕੁਝ ਮੇਰੇ ਹਵਾਲੇ ਕਰ ਦਿੱਤਾ ਹੈ ਅਤੇ ਅੱਜ ਇਸ ਘਰ ਵਿੱਚ ਸਭ ਚੀਜ਼ਾਂ ਤੇ ਮੇਰਾ ਅਧਿਕਾਰ ਹੈ, ਪਰ ਫਿਰ ਵੀ ਮੇਰਾ ਤੁਹਾਡੇ ਤੇ ਅਰਥਾਤ ਉਹਨਾਂ ਦੀ ਪਤਨੀ ਤੇ ਕੋਈ ਅਧਿਕਾਰ ਨਹੀਂ ਹੈ। ਮੈਂ ਆਪਣੇ ਮਾਲਕ ਦੇ ਨਾਲ ਵਿਸ਼ਵਾਸਘਾਤ ਕਿਸ ਤਰ੍ਹਾਂ ਕਰਾਂ? ਇਹ ਤਾਂ ਪਰਮੇਸ਼ਰ ਦੇ ਵਿਰੁੱਧ ਵੀ ਪਾਪ ਹੋਵੇਗਾ। ਹਾਲੇਲੂਇਆ। ਉਹਦੀ ਪਤਨੀ ਫਿਰ ਵੀ ਨਹੀਂ ਹਟੀ। ਫਿਰ ਇੱਕ ਦਿਨ ਯੂਸਫ ਉਹਦੇ ਘਰ ਦੇ ਅੰਦਰ ਗਿਆ। And then Potiphar's wife, she asked Joseph to come with her, but he refused. He said, no, because I am faithful servant. There is no way I'm gonna go with you. So the wife one day again continued to talk to him. ਉਹਨੂੰ ਜਿੱਦਾਂ ਸਾਰਾ ਕੁਝ ਮਿਲਿਆ ਸੀ, ਉਹਦੀ ਘਰ ਵਾਲੀ ਨੇ ਵੀ ਆਫਰ ਕੀਤਾ ਕਿ ਕੋਈ ਜੰਗ ਇਸ ਉਮਰ ਦੇ ਵਿੱਚ ਗਲਤੀ ਕਰ ਸਕਦਾ ਸੀ। And the wife offered him much more, and at that young age anybody could have made a mistake. ਤੇ ਉਹਨੇ ਕੀ ਕੀਤਾ? ਉਹਨੇ ਇਹ ਯੂਸਫ ਨੇ ਦੇਖਿਆ ਕਿ ਪਰਮੇਸ਼ਰ ਜਿਹੜਾ ਉਹ ਦੇਖਦਾ ਆ। And what Joseph was seeing that no matter what and where, God is always watching. ਤੇ ਉਹ ਉੱਥੋਂ ਨੱਠ ਆਇਆ। And he ran away from there. ਉਹਦੀ ਵਾਈਫ ਨੇ ਕੀ ਕੀਤਾ ਕਿ ਆਪਣੇ ਪਤੀ ਨੇ ਕੋਲ ਰੋਣਾ ਧੋਣਾ ਕੀਤਾ ਕਿ ਇਹਨੇ ਮੇਰੀ ਇੱਜ਼ਤ ਲੁੱਟਣ ਦੀ ਕੋਸ਼ਿਸ਼ ਕੀਤੀ, ਕਿਉਂਕਿ ਜਦੋਂ ਪੱਲਾ ਛੁਡਾ ਕੇ ਗਿਆ ਉਹਨੇ ਉਹਦੀ ਚਾਦਰ ਜਿਹੜੀ ਸੀ ਉਹ ਫੜ ਲਈ। And the wife blamed Potiphar, blamed Joseph that he tried to do wrong with me, and when he was running away he grabbed his shirt or shawl or whatever he was wearing on top, so she got hold of it. ਹੁਣ ਆਪਾਂ 39 ਦਾ 19ਵਾਂ ਵਰਸ ਪੜ੍ਹਦੇ ਹਾਂ। ਇਹ ਸੁਣ ਕੇ ਪੋਟੀਫਰ ਬਹੁਤ ਗੁੱਸੇ ਵਿੱਚ ਆਇਆ, ਇਸ ਲਈ ਉਸਨੇ ਯੂਸਫ ਨੂੰ ਗ੍ਰਿਫਤਾਰ ਕਰਕੇ
ਜੇਲ੍ਹ ਵਿੱਚ ਰਾਜੇ ਦੇ ਕੈਦੀਆਂ ਨਾਲ ਬੰਦ ਕਰ ਦਿੱਤਾ, ਉਹਨੂੰ ਬਿਨਾਂ ਗਲਤੀ ਦੇ ਕੈਦ ਹੋ ਗਏ। And now, because of all the stuff that Potiphar's wife said to him, he was very furious, and then he took Joseph and put him into the king's prison. Even though he didn't do anything wrong, he ended up in the prison. 21ਵੇਂ ਵਰਸ ਦੇ ਵਿੱਚ ਲਿਖਿਆ ਆ, ਪਰ ਪ੍ਰਭੂ ਯੂਸਫ ਦੇ ਨਾਲ ਸੀ, ਇਸ ਲਈ ਉਸ ਤੋਂ ਜੇਲ੍ਹ ਦਾ ਦਰੋਗਾ ਵੀ ਬਹੁਤ ਖੁਸ਼ ਹੋਇਆ। And it says that, but God was with him, so even the person, the jailer, the in charge of the jail, he was even very pleased from Joseph. ਉਹਨੇ ਕੀ ਕੀਤਾ, ਉਹਨੂੰ ਜੇਲ੍ਹ ਦੇ ਵਿੱਚ ਵੀ ਸਾਰੇ ਕੈਦੀਆਂ ਦਾ ਅਧਿਕਾਰੀ ਬਣਾ ਦਿੱਤਾ। And he made him the supervisor of all the people in the jail. ਤੇ ਉਹਨੂੰ ਕੋਈ ਫਿਕਰ ਨਹੀਂ ਸੀ, ਜੋ ਵੀ ਕੰਮ ਯੂਸਫ ਕਰਦਾ ਸੀ ਇਮਾਨਦਾਰੀ ਨਾਲ ਕਰਦਾ ਸੀ ਤੇ ਸਫਲ ਹੁੰਦਾ ਸੀ, ਕਿਉਂਕਿ ਪਰਮੇਸ਼ਰ ਉਹਦੇ ਨਾਲ ਸੀ। So anything, even in the jail, that Joseph was doing, he was doing faithfully because God was with him. ਇੱਥੇ ਆਪਾਂ ਦੇਖਦੇ ਕਿ ਉਹ ਪਾਪ ਦੇ ਬਿਨਾਂ ਪਾਪ ਦੇ ਵੀ ਫਸਾਇਆ ਗਿਆ, ਪਰ ਫਿਰ ਵੀ ਉਹਨੇ ਗਲਤੀ ਨਹੀਂ ਕੀਤੀ। And here we see that even though he did not commit any mistake or sin there at that point, but still he was in the jail. ਹੁਣ ਆਪਾਂ ਤੀਜੇ ਨੰਬਰ ਤੇ ਦੇਖਦੇ ਹਾਂ ਕਿ ਪਰਮੇਸ਼ਰ ਦੀ ਅਗਵਾਈ ਤੇ ਭਰੋਸਾ ਰੱਖਣ ਨਾਲ ਤੁਹਾਨੂੰ ਭਵਿੱਖ ਲਈ ਤਿਆਰੀ ਕਰਨ ਵਿੱਚ ਮਦਦ ਮਿਲਦੀ ਆ। ਪਰਮੇਸ਼ਰ ਦੀ ਆਗਿਆਕਾਰੀ ਦੇ ਵਿੱਚ, ਡਰ ਦੇ ਵਿੱਚ ਜਦੋਂ ਚੱਲਦੇ। And when we walk in the fear of the Lord, we receive blessings. ਹੁਣ ਅੱਗੇ ਜਾ ਕੇ ਆਪਾਂ 41 ਚੈਪਟਰ ਦੇਖਦੇ ਹਾਂ। We're going to see Genesis chapter 41. ਇਹਦੇ ਵਿੱਚ ਆਪਾਂ ਦੇਖਦੇ ਹਾਂ ਕਿ ਯੂਸਫ ਜਦੋਂ ਕੈਦ ਦੇ ਵਿੱਚ ਸੀ ਤੇ ਉੱਥੇ ਦੋ ਕੈਦੀ ਸੀਗੇ ਜਿਨ੍ਹਾਂ ਨੂੰ ਸੁਪਨੇ ਆਏ ਤੇ ਉਹ ਬਹੁਤ ਪਰੇਸ਼ਾਨ ਸੀਗੇ। And when Joseph was in the jail, there were two prisoners there that had dreams, and they were very disturbed by their dreams. ਤੇ ਉਹ ਬੜੇ ਪਰੇਸ਼ਾਨ ਸੀ। ਯੂਸਫ ਨੇ ਜਦੋਂ ਉਹਨਾਂ ਨੂੰ ਦੇਖਿਆ, ਉਹਨਾਂ ਨੂੰ ਪੁੱਛਿਆ ਕਿ ਤੁਹਾਡੀ ਪਰੇਸ਼ਾਨੀ ਦਾ ਕੀ ਕਾਰਨ ਆ। And Joseph went to them and said, "What's wrong with you guys?" ਤੇ ਉਹਨਾਂ ਨੇ ਜਦੋਂ ਦੱਸਿਆ ਤੇ ਉਹਨੇ ਉਹਨਾਂ ਦੇ ਸੁਪਨਿਆਂ ਦਾ ਅਰਥ ਦੱਸਿਆ ਜੋ ਬਿਲਕੁਲ ਸਹੀ ਨਿਕਲਿਆ। And he interpreted the dreams, so it was 100% correct what the dream meant. ਕਿਉਂਕਿ ਪਰਮੇਸ਼ਰ ਉਹਦੇ ਰਾਹੀਂ ਬੋਲਦਾ ਸੀ, ਪਰ ਉਹ ਪਰਮੇਸ਼ਰ ਉਹਦੇ ਨਾਲ ਸੀ ਤੇ ਪਰਮੇਸ਼ਰ ਨੇ ਉਹਨੂੰ ਇਹ ਵਰਦਾਨ ਦਿੱਤਾ ਸੀ ਕਿ ਉਹ ਸੁਪਨਿਆਂ ਦਾ ਅਰਥ ਦੱਸ ਸਕਦਾ ਸੀ। And God was with him. This was a gift to him that he could tell the meaning of the other people's dreams. ਫਿਰ ਉਹਨੇ ਜਦੋਂ ਦੱਸਿਆ, ਉਹਨੇ ਕਿਹਾ ਕਿ ਮੈਨੂੰ ਵੀ ਤੁਸੀਂ ਜਦੋਂ ਛੁੱਟ ਗਏ ਤਾਂ ਜਾ ਕੇ ਰਾਜਾ ਦੇ ਕੋਲ ਯਾਦ ਕਰਿਓ ਕਿ ਉਹਨੂੰ ਸੀ ਕਿ ਮੈਨੂੰ ਵੀ ਬਿਨਾਂ ਪਾਪ ਦੇ ਕਾਰਨ ਇੱਥੇ ਜੇਲ੍ਹ ਦੇ ਵਿੱਚ ਰੱਖਿਆ ਗਿਆ ਕਿ ਮੈਨੂੰ ਛੁਡਾਉਣ 'ਚ ਮਦਦ ਕਰਨ, ਪਰ ਉਹਨਾਂ ਨੇ ਨਹੀਂ ਕੀਤਾ। And when he told the answers of the dream and everything, though he said to them, when you guys leave the jail, when you go to the king, talk to the king and help me to get out of the jail too, because I didn't do anything wrong. But they went and they forgot about him. They never helped him out. ਅੱਗੇ ਜਾ ਕੇ ਦੇਖਦੇ ਕਿ ਰਾਜੇ ਨੂੰ ਸੁਪਨਾ ਆਇਆ ਤਾਂ ਫਿਰ ਉਹਨਾਂ ਨੂੰ ਯਾਦ ਆਇਆ ਕਿ ਇਹ ਯੂਸਫ ਜਿਹੜਾ ਆ ਇਹ ਸੁਪਨਿਆਂ ਦਾ ਅਰਥ ਦੱਸਦਾ ਹੈ ਤੇ ਰਾਜੇ ਨੂੰ ਦੱਸਿਆ ਉਹਨਾਂ ਨੇ ਯੂਸਫ ਦੇ ਬਾਰੇ। And then we see that the king had a dream, and when the king had a dream, and then they remembered, oh yeah, there's one person in the jail who can tell the meaning of the dream. So that's when they told the king about Joseph. ਫਿਰ ਰਾਜਾ ਨੇ ਜਿਹੜਾ ਸੁਪਨਾ ਦੇਖਿਆ ਇਹ ਆਪਾਂ ਪੜ੍ਹਦੇ ਹਾਂ। And we're going to see what was the dream that the king had. ਫਿਰ ਰਾਜਾ ਨੇ ਇੱਕ ਸੁਪਨਾ ਦੇਖਿਆ, ਆਪਾਂ 41 ਦਾ ਪਹਿਲੇ ਚੈਪਟਰ ਤੋਂ ਪੜ੍ਹਦੇ ਹਾਂ। ਉਸ ਨੇ ਸੁਪਨੇ ਵਿੱਚ ਹੀ ਆਪਣੇ ਆਪ ਨੂੰ ਨੀਲ ਨਦੀ ਦੇ ਕੰਢੇ ਦੇਖਿਆ। ਉਸ ਨੇ ਦੇਖਿਆ ਕਿ 7 ਤਕੜੀਆਂ ਸੁੰਦਰ ਗਾਈਆਂ ਨਦੀ ਵਿੱਚੋਂ ਨਿਕਲ ਕੇ ਬਾਹਰ ਆਈਆਂ ਅਤੇ ਉਹਨਾਂ ਕੰਢੇ ਉੱਤੇ ਆ ਕੇ ਹਰਾ ਘਾਹ ਚਰਨਾ ਸ਼ੁਰੂ ਕਰ ਦਿੱਤਾ। ਇਹਨਾਂ ਦੇ ਪਿੱਛੋਂ ਉਸਨੇ 7 ਹੋਰ ਗਾਈਆਂ ਨੂੰ ਵੀ ਨਦੀ ਵਿੱਚੋਂ ਬਾਹਰ ਆਉਂਦਿਆਂ ਦੇਖਿਆ, ਜੋ ਦੱਖਣ ਵਿੱਚ ਬਹੁਤ ਮਾੜੀਆਂ ਤੇ ਕਰੂਪ ਸਨ। ਉਸ ਨੇ ਅੱਗੇ ਦੇਖਿਆ ਕਿ ਪਿਛਲੀਆਂ 7 ਮਾੜੀਆਂ ਗਾਈਆਂ ਪਹਿਲੀਆਂ ਤਕੜੀਆਂ ਗਾਈਆਂ ਦੇ ਪਿੱਛੇ ਜਾ ਖੜੀਆਂ ਹੋਈਆਂ, ਜੋ ਦੇਖਦਿਆਂ ਹੀ ਪਹਿਲੀਆਂ 7 ਨੂੰ ਖਾ ਗਈਆਂ। ਇਹ ਹੁਣ ਤੇ ਰਾਜਾ ਦਰਖਤ ਕਿ ਇਹ ਜਾਗ ਪਿਆ, ਪਰ ਉਹ ਛੇਤੀ ਹੀ ਗੂੜੀ ਨੀਂਦੇ ਫਿਰ ਸੌਂ ਗਿਆ। ਇਸ ਵਾਰ ਫਿਰ ਉਸਨੇ ਇੱਕ ਹੋਰ ਸੁਪਨਾ ਦੇਖਿਆ, ਜਿਸ ਵਿੱਚ ਉਸਨੇ 7 ਅਨਾਜ ਦੇ ਦਾਣਿਆਂ ਨਾਲ ਭਰੇ ਹੋਏ ਸਿੱਕੇ ਦੇਖੇ। ਉਹ 7 ਪੱਕੇ ਹੋਏ ਸਨ। ਉਹਨਾਂ ਦੇ ਪਿੱਛੋਂ ਉਸਨੇ 7 ਹੋਰ ਅਨਾਜ ਦੇ ਸਿੱਕੇ ਦੇਖੇ, ਜੋ ਸੂਰਜ ਦੇ ਸੇਕ ਨਾਲ ਸੜੇ ਹੋਏ ਸਨ। ਫਿਰ ਉਸਨੇ ਦੇਖਿਆ ਕਿ ਇਹਨਾਂ ਸੜੇ ਹੋਏ ਸਿੱਕਿਆਂ ਨੇ ਪਹਿਲੇ ਭਰੇ ਹੋਏ ਸਿੱਕਿਆਂ ਨੂੰ ਨਿਗਲ ਲਿਆ ਹੈ। ਫਿਰੌਨ ਦੀ ਜਾਗ ਖੁੱਲ੍ਹ ਗਈ ਅਤੇ ਇਸ ਵਾਰ ਉਸਨੂੰ